ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਮੀਡੀਆ ਵੇਵਸ ਦੇ ਪਲੇਟਫਾਰਮ ਤੋਂ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹੀ ਹੈ ਔਰ ਅਗਾਂਹ ਵੀ ਰਹੇਗੀ ਕਿ ਉਹ ਜਾਣਕਾਰੀਆਂ ਜਿਹੜੀਆਂ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਸਾਡੇ ਜੀਵਨ ਜਾਚ ਸੋਚ ਸਮਝ ਜਾਂ ਜਾਣਕਾਰੀ ਦੇ ਉੱਤੇ ਪ੍ਰਭਾਵਿਤ ਕਰਦੀਆਂ ਨੇ, ਫੈਸਲਾ ਕੁਨ ਜਾਣਕਾਰੀਆਂ ਨੇ ਜਿਹੜੀਆਂ ਉਹ ਸਾਰੀਆਂ ਆਪ ਸਭ ਨਾਲ ਸਾਂਝੀਆਂ ਕੀਤੀਆਂ ਜਾਣ। ਤੁਸੀਂ ਸਾਡੇ ਖੇਤਰੀ ਇਲਾਕੇ ਦੇ ਵਿੱਚ ਆਪਣਾ ਘਰ ਬਣਾਇਆ ਜਾਂ ਇੱਥੇ ਰਹਿਣ ਦਾ ਪੱਕਾ ਜਾਂ ਕੱਚਾ ਮਨ ਬਣਾਇਆ ਜਾਂ ਘੁੰਮਣ ਫਿਰਨ ਲਈ ਆਏ ਹੋ, ਤੁਹਾਡੇ ਸਾਰਿਆਂ ਨੂੰ ਜਾਣਕਾਰੀਆਂ ਦੇਣ ਦੀ ਮਨਸ਼ਾਇਤ ਪ੍ਰੋਗਰਾਮ ਮੀਡੀਆ ਵੇਸ ਦੇ ਪਲੇਟਫਾਰਮ ਤੋਂ ਪ੍ਰਸਾਰਿਤ ਕੀਤੇ ਜਾਂਦੇ ਨੇ। ਪ੍ਰੋਗਰਾਮ ਪਸੰਦ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਸਿਲਸਿਲਾ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣ ਦਾ ਜਾਰੀ ਰਹੇਗਾ। ਖਾਸ ਤੌਰ ਦੇ ਉੱਤੇ ਸਰੀ ਦੇ ਵਿੱਚ ਜੋ ਕੁਝ ਵਾਪਰਦਾ ਉਸ ਨੂੰ ਅਸੀਂ ਚੁਕੰਨੇ ਹੋ ਕੇ ਆਪ ਵੀ ਦੇਖਦੇ ਹਾਂ ਔਰ ਇਸੇ ਕਰਕੇ ਆਪ ਸਭ ਨੂੰ ਵੀ ਉਹਨਾਂ ਨੁਕਤਿਆਂ ਬਾਰੇ ਜਾਗਰੂਕ ਕਰਾਉਣ ਦੀ ਇੱਛਾ ਅਤੇ ਕੋਸ਼ਿਸ਼ ਸਾਡੀ ਜਾਰੀ ਰਹਿੰਦੀ ਹੈ। ਨਿਰਸੰਦੇਹ ਸਮਾਜ ਦੇ ਵਿੱਚ ਲੋਕਾਂ ਨੂੰ ਸਮਾਜ ਦੇ ਪ੍ਰਤੀ ਜਾਗਰੂਕ ਕਰਵਾਉਣ ਔਰ ਸਮਾਜ ਦੇ ਨਾਲ ਉਹਨਾਂ ਦੀ ਸੰਬੰਧ ਔਰ ਸਮਾਜ ਦੇ ਪ੍ਰਤੀ ਨਿਸ਼ਠਾ ਨਾਲ ਸੇਵਾ ਸਦਭਾਵਨਾ ਵਾਲਾ ਵਿਹਾਰ ਬਰਕਰਾਰ ਰਹੇ, ਤਦ ਹੀ ਕੋਈ ਵੀ ਨਾ ਕੋਈ ਸਮਾਜ ਹੈ ਜਿਹੜਾ ਉਹ ਬਿਹਤਰੀਨ, ਪਾਕੀਜ਼ਾ ਅਤੇ ਪਾਏਦਾਰ ਬਣਦਾ ਹੈ। ਐਸੀ ਮਨਸ਼ਾ ਹਿਤ ਹਮੇਸ਼ਾ ਉਹ ਲੋਕ ਜਿਹੜੇ ਕਮਿਊਨਿਟੀ ਨੂੰ ਇੱਕ ਸੁਰ ਇੱਕਜੁੱਟ ਰੱਖਣ ਦੇ ਵਿੱਚ ਔਰ ਕਮਿਊਨਿਟੀ ਦੇ ਵਿੱਚ ਸੁੱਖ ਸ਼ਾਂਤੀ ਬਹਾਲ ਭਾਈਚਾਰਕ ਸਾਂਝ ਬਹਾਲ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ, ਕੰਟਰੀਬਿਊਟ ਕਰਦੇ ਹੈ, ਕੰਟਰੀਬਿਊਸ਼ਨ ਪੋਜ਼ੀਟਿਵ ਤਰੀਕੇ ਨਾਲ ਕਰਦੇ ਹੈ, ਉਹਨਾਂ ਸਾਰਿਆਂ ਦੇ ਇਸ ਸੋਚ ਸਮਝ ਕੰਮਕਾਰ ਨੂੰ ਵੱਡੇ ਪੱਧਰ 'ਤੇ ਤੋਂ ਲੈ ਕੇ ਛੋਟੇ ਪੱਧਰ ਤੱਕ ਸਤਿਕਾਰਿਆ ਜਾਂਦਾ ਹੈ, ਐਪਰੀਸ਼ੀਏਟ ਕੀਤਾ ਜਾਂਦਾ ਹੈ। ਅਲਫਾਜ਼ਾਂ ਦੇ ਰੂਪ ਦੇ ਵਿੱਚ ਧੰਨਵਾਦ ਦੇ ਸਰੋਤਾਂ ਰਾਹੀਂ ਧੰਨਵਾਦ ਬੋਲ ਕੇ ਲਿਖ ਕੇ ਹਰ ਇੱਕ ਲੈਵਲ ਦੇ ਵਿਅਕਤੀ ਆਮ ਜਨਤਾ ਤੋਂ ਲੈ ਕੇ ਵੱਡੀ ਤੋਂ ਵੱਡੀ ਸਰਕਾਰ ਆਪੋ ਆਪਣੇ ਤਰੀਕਿਆਂ ਨਾਲ ਕਰਦੀ ਹੈ। ਖਾਸ ਮੌਕਿਆਂ ਦੇ ਉੱਪਰ ਇਹੋ ਜਿਹੇ ਪੱਤਰ ਅਤੇ ਜਿਹੜੇ ਮੈਡਲ ਨੇ ਉਹ ਐਲਾਨੇ ਜਾਂਦੇ ਨੇ। ਸ਼ਹਿਰ ਦੀਆਂ ਸਰਕਾਰਾਂ ਵੀ ਐਲਾਨਦੀਆਂ ਨੇ, ਸੂਬਾ ਸਰਕਾਰਾਂ ਵੀ ਐਲਾਨਦੀਆਂ ਨੇ ਔਰ ਸਾਡੀ ਜਿਹੜੀ ਫੈਡਰਲ ਸਰਕਾਰ ਹੈ ਉਹ ਵੀ ਐਲਾਨਦੀ ਹੈ। ਔਰ ਉਸ ਦੀ ਜਿਹੜੀ ਜ਼ਿੰਮੇਵਾਰੀ ਹੈ, ਚੁਣੇ ਹੋਏ ਨੇਤਾ, ਲੋਕਲ ਨੇਤਾ, ਰਿਪਰੈਜ਼ੈਂਟੇਟਿਵ ਕੈਂਡੀਡੇਟਸ ਨੇ, ਜਿਹੜੇ ਰਿਪਰੈਜ਼ੈਂਟੇਟਿਵ ਨੇ, ਚਾਹੇ ਕਾਉਂਸਲਰ ਨੇ, ਮੇਅਰ ਹੈ, ਆਪਣੇ MLAs ਨੇ, ਮਿਨਿਸਟਰਸ ਨੇ, ਮੁੱਖ ਮੰਤਰੀ ਨੇ, ਜਾਂ ਫਿਰ MPs ਨੇ, ਮਿਨਿਸਟਰਸ ਨੇ ਅਤੇ ਪ੍ਰਧਾਨ ਮੰਤਰੀ ਹੈ, ਉਹਨਾਂ ਦੇ ਕਮਿਊਨਿਟੀ ਇਨਵੋਲਵਮੈਂਟ ਕਿਸ ਹੱਦ ਤੱਕ ਹੈ, ਇੱਕ ਤਰੀਕੇ ਨਾਲ ਉਸ ਦੀ ਤਰਜਮਾਨੀ ਵੀ ਕਰਦੇ ਹੈ। ਨਿਰਸੰਦੇਹ ਇਹ ਹੋਰ ਲੋਕਾਂ ਲਈ ਉਹਨੂੰ ਉਤਸ਼ਾਹਿਤ ਕਰਨ ਦਾ ਇੱਕ ਵਸੀਲਾ ਵੀ ਹੈ ਕਿ ਉਹ ਲੋਕ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ, ਸਮਾਜ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਲਈ ਉਹਨਾਂ ਦੀ ਇਸ ਕਾਰਗੁਜ਼ਾਰੀ ਨੂੰ ਐਪਰੀਸ਼ੀਏਟ ਕੀਤਾ ਜਾਵੇ। ਇਸੇ ਕਰਕੇ ਮੈਡਲ ਸਰਟੀਫਿਕੇਟਸ ਨੇ ਜਿਹੜੇ ਉਹਨਾਂ ਨੂੰ ਉਹਨਾਂ ਦਾ ਦਾਰੋ ਮਦਾਰਾ ਹੈ ਜਿਹੜਾ ਚੱਲਦਾ ਹੈ। ਪਰ ਹਰ ਬਾਕੀ ਸਾਰੇ ਖੇਤਰਾਂ ਦੀ ਤਰ੍ਹਾਂ ਇਸ ਖੇਤਰ ਦੇ ਵਿੱਚ ਵੀ ਦੁਰਵਰਤੋਂ ਆ ਜਿਹੜੀ ਉਹ ਕਿਸ ਪ੍ਰਕਾਰ ਹੋ ਰਹੀ ਹੈ, ਇਹ ਵੀ ਸਾਡੇ ਸਾਹਮਣੇ ਆ ਰਹੀ ਹੈ। ਸਵਾਲ ਉਠਾਏ ਜਾ ਰਹੇ ਹੈ, ਵਾਈ, ਫॉर ਵਾਟ। ਪਿਛਲੇ ਕੁਝ ਦਿਨਾਂ ਤੋਂ ਇਸ ਦੇ ਬਾਰੇ ਸਵਾਲ ਸਾਡੇ ਤੱਕ ਵੀ ਬੜੇ ਪਹੁੰਚ ਰਹੇ ਆ, ਫੋਨ ਰਾਹੀਂ ਵੀ, ਲਿਖਤੀ ਰੂਪ ਦੇ ਵਿੱਚ ਵੀ, ਔਰ ਲੋਕਾਂ ਵੱਲੋਂ ਸਵਾਲ ਇਹ ਵੀ ਉਠਾਏ ਜਾ ਰਹੇ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ। ਸੁਭਾਵਕ ਹੈ, ਆਮ ਪਬਲਿਕ ਸਾਡੇ ਨਾਲੋਂ ਵੀ ਜ਼ਿਆਦਾ ਚੁਕੰਨੀ ਹੁੰਦੀ ਹੈ। ਜਦੋਂ ਆਪਣੇ ਕੰਸਰਨ ਸਾਡੇ ਤੱਕ ਪਹੁੰਚਾਉਂਦੇ ਆ, ਸਾਡੀ ਇਹ ਫਰਜ਼ ਬਣ ਜਾਂਦਾ, ਡਿਊਟੀ ਬਣ ਜਾਂਦੀ ਆ ਕਿ ਅਸੀਂ ਉਸ ਦੇ ਉੱਤੇ ਪੂਰੀ ਛਾਣਬੀਣ ਹੈ ਜਿਹੜੀ ਉਹ ਕਰੀਏ। ਆਪ ਸਭ ਨੂੰ ਪਤਾ ਹੀ ਹੈ ਕਿ ਮਹਾਰਾਣੀ ਗੁਜ਼ਰ ਗਈ ਹੈ। 7 ਦਹਾਕਿਆਂ ਲੰਮਾ ਸਮਾਂ ਤੱਕ ਬ੍ਰਿਟਿਸ਼ ਰਾਜ ਦੀ ਛਤਰ ਛਾਇਆ ਜਿਹੜੀ ਹੈ ਉਹ ਦੁਨੀਆ ਦੇ ਬਹੁਤੇਰੇ ਮੁਲਕਾਂ ਦੇ ਵਿੱਚ ਰਹੀ, ਰਾਜ ਭਾਗ ਰਿਹਾ। 70 ਸਾਲਾਂ ਤੱਕ, ਬੜੇ ਲੰਮੇ ਸਮੇਂ ਤੱਕ ਰਾਜ ਕਰਨ ਤੋਂ ਉਪਰੰਤ ਰਾਣੀ ਤਕਰੀਬਨ ਸਾਲ ਹੋਣੀ ਵਾਲਾ ਹੈ ਗੁਜਰੀ ਨੂੰ। ਉਹਨਾਂ ਦੇ 70 ਸਾਲਾਂ ਦੇ ਰਾਜ ਕਰਨ ਦੇ ਸਮੇਂ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਰਾਣੀ ਦੇ ਨਾਂ ਦਾ ਅਜੇ ਵੀ ਝੰਡਾ ਝੁੱਲਦਾ,
ਜਿੱਥੇ ਰਾਣੀ ਦੇ ਸਰਵਿਸਿਜ਼ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ, ਉਹਨਾਂ ਰਾਜਾਂ ਦੇ ਵਿੱਚ ਬ੍ਰਿਟਿਸ਼ ਰਾਜ ਵੱਲੋਂ ਸਨਮਾਨਿਤ ਕਰਨ ਲਈ ਪ੍ਰਾਣੀਆਂ ਨੂੰ ਲਾਮਬੰਦ ਹੋ ਕੇ ਇਸ ਖੁਸ਼ੀ ਦੇ ਮੌਕੇ ਉੱਤੇ ਰਾਣੀ ਦੇ 70 ਸਾਲਾਂ ਦੇ ਰਾਜ ਭਾਗ ਦੀ ਖੁਸ਼ੀ ਦੇ ਵਿੱਚ ਐਕਨੋਲੇਜਮੈਂਟਸ ਭੇਜੀਆਂ, ਮੈਡਲਸ ਅਤੇ ਹੋਰ ਕਈ ਕੁਝ। ਨਰਸਨ ਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਦਾ ਚਰਚਾ ਜ਼ਿਆਦਾ ਵਧਿਆ ਅਤੇ ਜਦੋਂ ਸਵਾਲ ਇਹ ਉੱਠਿਆ ਵੀ ਰਾਣੀ ਤਾਂ ਚਲੀ ਵੀ ਗਈ, ਰਾਣੀ ਦੇ ਨਾਂ ਦੇ ਉੱਤੇ ਹਜੇ ਵੀ ਮੈਡਲਾਂ ਦੀ ਵੰਡ ਵੰਡਾਈ ਹੋ ਰਹੀ ਹੈ। ਬ੍ਰਿਟਿਸ਼ ਤਾਂ ਹੁਣ ਰਾਜਾ ਹੈ, ਕਿੰਗ ਹੈ, ਕੁਈਨ ਤਾਂ ਚਲੀ ਗਈ। ਨਾਲ ਸਵਾਲ ਬੁੱਧੀਜੀਵੀਆਂ ਨੇ ਇਹ ਵੀ ਉਠਾਇਆ ਸਾਡੇ ਪਾਸ, ਕੀ ਇਸ ਤਰ੍ਹਾਂ ਹੋ ਸਕਦਾ? ਕਹਿੰਦੇ ਵੈਸੇ ਕੈਨੇਡਾ ਦੇ ਵਿੱਚ ਕੌਣ ਪੁੱਛਦਾ, ਕੁਝ ਵੀ ਕਰ ਲਓ। ਕੀ ਇਹ ਧਾਰਨਾ ਇਸ ਖੇਤਰ 'ਚ ਵੀ ਚੱਲਦੀ ਹੈ? ਇਹ ਸਵਾਲਾਂ ਦੇ ਜਵਾਬ ਅੱਜ ਤੁਹਾਡੇ ਸਾਰਿਆਂ ਨਾਲ ਮਿਲ ਕੇ ਲੱਭਾਂਗੇ, ਔਰ ਨਾਲ ਦੀ ਨਾਲ ਇਹ ਵੀ ਕਿ ਜਿੰਨੇ ਤੁਹਾਡੇ ਵੱਲੋਂ ਸਵਾਲ ਉਠਾਏ ਗਏ ਨੇ ਉਹਨਾਂ ਦੇ ਜਵਾਬ ਵੀ ਲੱਭਾਂਗੇ, ਔਰ ਇਸ ਦੇ ਪਿੱਛੇ ਮਨਸ਼ਾਵਾਂ ਕੀ ਨੇ ਉਹਨਾਂ ਦੇ ਉੱਤੇ ਪੜਚੋਲ करनी बनती है। जी आशाना जी बिल्कुल, इस बारे में आज हम बातचीत ज़रूर करेंगे। हमारे जितने भी लिसनर्स इस वक्त हमारे साथ शामिल है, स्वागत कर रही हूँ आप सभी को। और इट इज़ क्वाइट कंसर्न, वैसे आपको पता है कि दीदी फ्यू डेज़ अगो कल भी हमने प्रोग्राम में इस बारे में बात की थी कि हर मैजेस्टीज़ जो सर्विस टू कनाडा 70th एनिवर्सरी ऑफ हर मैजेस्टी क्वीन एलिज़ाबेथ, जिसके बारे में काफ़ी चर्चा हुई कि उनके नाम का जो जुबली प्लेटिनियम एम्बलम है वो आज भी दिया जा रहा है। और हमारे शहर में, हमारे ही राइडिंग में न्यूटन के एमपी सुख तालीवाल ने पिछले दिनों एक इवेंट जो किसी के घर पे हुआ, आसद गुंडाल के घर पे हुआ, वहाँ पर उन्होंने मेरे पास वीडियो की भी कॉपी है, तेनाल जो प्लेटिनियम एम्बलम अवार्ड्स दिए गए हैं उनकी तस्वीरें भी है जी। और बड़ी शर्म महसूस हो रही है कि एज़ यू ऑल नो कि रानी क्वीन एलिज़ाबेथ की डेथ पिछले साल हुई, और उसके बाद जो ये मेडल्स है, पिन्स है, अवार्ड्स है, ये सारे एथिकली फरवरी महीने के साल 2023 कंक्लूड कर देना चाहिए था, क्लोज़ हो जाना चाहिए था। और अब हमारे एमपीज़ को और हमारे सरकार को क्वीन के जगह किंग का जो अवार्ड्स है और मेडल्स है, पिन्स है, वो डिस्ट्रीब्यूट करना चाहिए जी। और वैसे भी आपको पता है किसी को भी अवार्ड देना उनका एक प्रोसेस होता है, और जो प्रोसेस है वो बड़े ही इम्पोर्टेंट है कि बहुत सारे एमपीज़ जो है वो इन प्रोसेस में शामिल नहीं होना चाहते। वो चाहते हैं कि वेरी अपने आप को प्रोटेक्ट करे कि ऐसा ना हो वो किसी गलती से किसी को अवार्ड दे दे या किसी अपने दोस्त मित्र यार नू दे दे। और कल के इस इवेंट का वीडियो मेरे पास पहुंची है जिसमें उन्होंने कहा है मेरे बहुत ही लॉन्ग टाइम दोस्त असद गुंडाल को, मित्र नू मैं ये देने जा रहा हूँ। सो एथिकली what MP सुख तालीवाल is doing is not right। इस तरह से आप अवार्ड्स नहीं दे सकते हो। यूजुअली एक कमेटी होता है, कमेटी लोगों को चुनते हैं और फिर वो MPs को बताते हैं, MP उसे सरकार में देते हैं, एंड दैट्स हाउ दिस प्रोसेस वर्क्स। देयर इज़ अ प्रोसेस टू डू दिस। बहुत सारे MPs से मेरी कल बातचीत हुई, वो कहते हैं कि हम तो इस अवार्ड के बारे में अपने जो कमेटी है या अपने जो पीपल है उनको दे देते हैं, लीडर्स ऑफ द कम्युनिटी नू दे देते हैं कि उनकी ज़िम्मेदारी लगा देते हैं कि आप बताइए कि कौन है जो हमारे कम्युनिटी में सबसे ज़्यादा काम करते हैं और वॉलंटियर वर्क करते हैं, कम्युनिटी के लिए काम करते हैं, देन दे गिव दोज अवार्ड्स टू दोज पीपल। कई बार MPs को पता भी नहीं होता है कि रिसिपिएंट है कौन, बिकॉज देर उनके यार दोस्त मित्र तो वैसे भी उनको पता है कहाँ कहाँ होते हैं, किस किस फंक्शंस में होते हैं, लेकिन जो आम वॉलंटियर्स होते हैं, जो काम करते हैं, जो मेहनत करते हैं, वो MPs को शायद नज़र ना आवे, बिकॉज बिहाइंड द कर्टन देयर इज़ ऑलवेज समबडी एल्स हु इज़ एक्चुअली हेल्पिंग द कम्युनिटी। तो इस तरह के अवार्ड्स देने के लिए मोस्ट ऑफ द टाइम जो MPs है दे स्टे अवे
फ्रॉम द सिलेक्शन। जी सिलेक्शन कमिटी कोई और होता है जो नाम देते हैं, फिर उसके बाद ये अवार्ड्स डिस्ट्रीब्यूट किया जाता है। बट आई वाज शॉक्ड कि कल एक सोशल मीडिया पे वीडियो पोस्ट हुआ, और उस पोस्ट में जब ये आसद गुंडाल को अपना अवार्ड दे रहा है तो उसमें वेरी क्लियरली सुख तालीवाल कह रहे हैं मेरे कई सालों के मित्र। सो दिस इज़ समथिंग विच इज़ नॉट एथिकल। और बात ये है कि वेरी क्लियरली हर एक प्रोविंस को पता है, पूरे मुल्क को पता है कि क्वीन एलिज़ाबेथ का ये जुबली प्लेटिनियम एम्बलम जो है ये फरवरी महीने में इसे ख़त्म कर देना चाहिए था, कंक्लूड कर देना चाहिए था। लेकिन कुछ एमपीज़ ने अभी ये अवार्ड संभाल कर रखे थे कि इस तरह के इवेंट प्राइवेट घरों में जाकर इस तरह के जो सर्टिफिकेट्स है या एम्बलम प्लेटिनियम जुबली एम्बलम है ये दे देते हैं। तो ये जो अवार्ड्स दिए गए हैं ये उन्हीं महफिल के अंदर ही रह जाए, किसी बाहर पब्लिक को ना पता चले। और इस तरह के जुबली क्वींस जुबली जो प्लेटिनियम एम्बलम दिए गए हैं ये एक्चुअली इज़ क्वेश्चनेबल। इज़ इट एथिकल? क्या इस तरह से आप अवार्ड्स दे सकते थे, और वो भी क्वीन एलिज़ाबेथ के नाम पे? वाई डिड यू नॉट प्रेजेंट किंग्स जुबली प्लेटिनियम और किंग्स अवार्ड्स टू दैम? वाई वॉज इट क्वींस? क्या ये कम्युनिटी डिज़र्व नहीं करते हैं कि उनको करंट अवार्ड्स दिया जाए? इसीलिए आपने उनको एक घर के इवेंट पे, एक होम इवेंट पे बुलाकर क्वींस अवार्ड दे दिए जो फरवरी 5 तारीख के बाद क्लोज हो चुका था, जिसे यूज़ नहीं करना चाहिए था एथिकली। क्या एमपी सुख तालीवाल को ये बात पता नहीं था, या फिर वो कम्युनिटी को एक बार फिर बेवकूफ़ बनाने में कामयाब हो गया? दिस इज़ समथिंग, इट्स अ बिग क्वेश्चन। पहली बार हमने सुना कि पाकिस्तानी कम्युनिटी को प्लेटिनियम जुबली एम्बलम दिए जा रहे हैं। और अगर इस कम्युनिटी को आप इतना ज़्यादा पसंद कर रहे हैं तो व्हाई डिडंट यू डू एन इवेंट समवेयर एंड कॉल दिस पीपल कि यू नो तुम लोगों ने कम्युनिटी में बहुत काम किया है, मेरे राइडिंग में बहुत काम कर रहे हो, मेरे राइडिंग में बहुत सारे पाकिस्तानीज़ है, लेट मी अप्रिशिएट यू। बट यू डूइंग दिस एट समबडीज रेसिडेंस और ऊपर से उन्हें क्वींस प्लेटिनियम जुबली एम्बलम दे रहे हो। व्हाट आर यू ट्राइंग टू डू? आर यू ट्राइंग टू टेल देम दैट दे आर नॉट वर्थ टू गेट किंग्स अवार्ड्स जो इस वक्त लोगों को डिस्ट्रीब्यूट किए जा रहे हैं, जिस लोगों को दिए जा रहे हैं? मे बी ये कम्युनिटी इनोसेंट है, नाइव है, दे डोंट अंडरस्टैंड दिस। पर जो बाहर लोग देखते हैं, ख़ास तौर से पाकिस्तानी, हमारे मुस्लिम मीडिया काफ़ी है, वी लुक एट दीज थिंग्स कि कितना इम्पोर्टेंट है। अवार्ड तो लोग दे देते हैं और चले जाते हैं। दे थिंक कि हमने दे दिया बस ख़त्म, इन लोग खुश हो गए, इतने में ही ठीक है, ये कम्युनिटी डिज़र्व्स ओनली दिस। बट एज यू नो कि हमारे पाकिस्तानी या मुस्लिम मीडिया इज़ क्वाइट स्ट्रॉन्ग, एंड व्हेन वी लुक एट दीज थिंग्स वी गो टू द बॉटम ऑफ इट। फर्स्ट ऑफ ऑल हमें खुशी होती है कि चलो हमारी कम्युनिटी को रिकॉग्नाइज किया गया, फिर बाद में हम वो देखना भी चाहते हैं कि रिकॉग्नाइज किस चीज़ के लिए किया गया। और जब हम ये देख रहे हैं तो मेरे दिमाग में सबसे पहले ये बात आई, ही मेड अस फूल अगेन, वंस अगेन सुख तालीवाल ने हमें बेवकूफ़ ही बना दिया। अगर उन्हें हमारे कम्युनिटी से इतना मोहब्बत और इतना प्यार था तो किंग्स अवार्ड ला कर देते। वाई क्वींस, जिसे ऑलरेडी फरवरी 2023 फरवरी 5 तारीख 2023 आप गूगल करके देख लो कि क्वींस प्लेटिनियम जुबली प्लेटिनियम एम्बलम कब तक आप डिस्ट्रीब्यूट कर सकते थे, मेडल्स आप कब तक डिस्ट्रीब्यूट कर सकते थे। पर एक बार फिर हमें बेवकूफ़ बना गए। ਅੱਛਾ ਨਾ ਮੈਂ ਨਾ ਕੱਲ੍ਹ ਦੇ ਕਈ ਲੋਕਾਂ ਦੇ ਨਾਲ ਇਸ ਬਾਰੇ ਨਾ ਹਾਂਜੀ। ਗੱਲ ਕੀਤੀ, ਜਿਨ੍ਹਾਂ ਲੋਕਾਂ ਦਾ ਤਜਰਬਾ ਵੀ ਹੈ, ਖੇਤਰ 'ਚ ਰਹੇ ਨੇ ਹਨ। ਇਹ ਗੱਲ ਬੜੀ ਸਪਸ਼ਟ ਤੌਰ ਦੇ ਉੱਤੇ ਕਲੀਅਰ ਹੋਈ। ਤੁਹਾਨੂੰ ਪਤਾ ਹੀ ਹੈ 70 ਸਾਲ ਮਨਾਉਣ ਦੇ ਕਿੰਨੇ ਜਸ਼ਨ ਮਨਾਏ ਗਏ ਸੀ, ਔਰ ਉਸ ਤੋਂ ਉਪਰੰਤ ਜਦੋਂ ਰਾਣੀ ਦਾ ਇੰਤਕਾਲ ਹੋਇਆ
ਉਹ ਤੋਂ ਬਾਅਦ ਇਹ ਕਨਫਰਮ ਕੀਤਾ ਗਿਆ, ਇਹ ਸਵਾਲ ਉੱਠਿਆ जी ਕਿ ਰਾਣੀ ਗੁਜਰ ਗਈ ਹੈ, ਜਿਹੜੇ ਹੁਣ ਉਹਦੇ ਮੈਡਲ ਨੇ ਜਾਂ ਉਹਦੇ ਨਿਮਿਤ ਕਿਸੇ ਵੀ ਤਰ੍ਹਾਂ ਦੇ ਇਨਾਮ ਦੀ ਵੰਡ ਵੰਡਾਈ ਹੈ, ਉਹਦੇ ਬਾਰੇ ਕੀ ਕਰਨਾ। जी ਤਾਂ ਉਹਦੇ ਵਿੱਚ ਇਹ ਬੜੀ ਚੰਗੀ ਤਰ੍ਹਾਂ ਕਲੀਅਰ ਲਿਖਿਆ ਗਿਆ ਸੀ ਕਿ 5 ਫਰਵਰੀ 2023 ਤੱਕ ਤੁਸੀਂ ਇਹ ਜਿਹੜਾ ਸਾਰੇ ਦਾ ਸਾਰਾ ਪ੍ਰੋਗਰਾਮ ਹੈ, ਜਿਸ ਦੇ ਤਹਿਤ ਇਹ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ जी 70 ਵਰਿਆਂ ਦੀ ਕਮੈਮੋਰੇਸ਼ਨ ਦੀ, ਵੀ ਉਹਦੇ ਲਈ ਤੁਸੀਂ ਇਹ 5 ਫਰਵਰੀ 2023 ਤੱਕ ਇਸ ਨੂੰ ਪ੍ਰੋਗਰਾਮ ਨੂੰ ਸਮਾਪਤ ਕਰ ਲਵੋ जी ਕਲੀਅਰਲੀ। हाँ जी ਜੇ ਦੇਖਿਆ ਜਾਵੇ ਅਗਸਤ ਵੀ ਲੰਘ ਗਿਆ, ਸਾਲ ਹਜੇ 2023 ਹੈ, जी ਚਲੋ ਕੁਛ ਦਿਨ ਦਾ, ਮਹੀਨੇ ਦਾ, ਹਫਤੇ ਦਾ ਫਰਕ ਹੋਵੇ ਤਾਂ ਗੱਲ ਵੱਖਰੀ ਹੈ, जी ਕਿੰਨੇ ਮਹੀਨੇ ਲੰਘ ਜਾਣ ਔਰ ਫਿਰ ਇਸ ਤਰ੍ਹਾਂ ਦੀ ਵੰਡ ਵੰਡਾਈ ਹੋਵੇ। ਨੰਬਰ 1। ਫਿਰ ਉਹਨਾਂ ਨੇ ਇੱਕ ਗੱਲ ਹੋਰ ਵੀ ਦੱਸੀ, ਕਹਿੰਦਾ 3 ਤਰੀਕੇ ਨੇ, 2-3 ਤਰੀਕੇ ਨੇ ਇਸ ਦੇ। बिफोर यू गो अहेड दीदी, मैं ये कोट ज़रूर देना चाहती हूँ अपने लिसनर्स को, और आप जाके वेबसाइट पे विजिट कर सकते हो क्वींस प्लेटिनियम जुबली एम्बलम.ca पर, और ये वेरी क्लियरली कह रहा है द प्लेटिनियम जुबली मेडल प्रोग्राम इज कंटिन्यूइंग एज प्लान डिस्पाइट द डेथ ऑफ हर मैजेस्टी क्वीन एलिजाबेथ and will conclude on February 5th of 2023, और आज तारीख अगस्त 30 2023 है, और ये जो अवार्ड्स डिस्ट्रीब्यूट किए गए थे ये अगस्त 29 2023 को डिस्ट्रीब्यूट किए गए थे एट द रेसिडेंस ऑफ आसत गुंडाल, who happens to be a very close associate with MP सुख तालीवाल। MP सुख तालीवाल ने वीडियो रिकॉर्डिंग में ये बात कही है कि अब मैं प्रेजेंट कर रहा हूँ ये अवार्ड अपने दोस्त, अपने मित्र आसद गुंडाल को। फर्स्ट ऑफ ऑल एथिकली दीदी ये अवार्ड्स जाना नहीं चाहिए था बाहर। दूसरी बात ये है कि अगर किसी को अप्रिशिएट करना था, किसी को आप पसंद कर रहे हो, किसी कॉम को, किसी कम्युनिटी को, किसी इंडिविजुअल को, तो आपको किंग्स अवार्ड्स देने चाहिए था, या BC गवर्नमेंट कनाडा गवर्नमेंट की कोई अवार्ड्स देनी चाहिए थी। थर्ड, मैं ये बात भी ज़रूर कहना चाहूँगी, किसी की रेसिडेंस में इस तरह से ले जाकर अवार्ड देना ये सही नहीं है। अगर ये लोग डिज़र्व करते हैं अवार्ड, डू एन इवेंट, ऑर्गेनाइज समथिंग आउटसाइड इन पब्लिक, बिकॉज ये अवार्ड्स आप अपने पॉकेट से नहीं दे रहे हो, ये आपकी कमाई के पैसे नहीं है, ये सरकारी तुम्हें दे रहे हैं कि गिव दिस अवार्ड्स टू पीपल हु डिजर्व दिस। Maybe these recipients did deserve this award, but it had to be done in an open public place where these awards could be distributed. और usually जो देने वाला होता है, जैसे कि MP सुख तालीवाल है, इसकी सिलेक्शन कमेटी होना चाहिए, जो लोग बताए कि हाँ कम्युनिटी में इन लोगों ने बहुत मेहनत की है, उनको अवार्ड्स मिलना चाहिए था। और जो अवार्ड्स ये छुपा छुपा कर किसी के रेसिडेंस में दिए गए, कोई और कम्युनिटी वहाँ मौजूद नहीं थे, कोई और मज़हब के लोग वहाँ मौजूद नहीं थे, देयर इज़ समथिंग मिस्टर तालीवाल वाज हाइडिंग, एंड दैट्स व्हेन वी फाउंड आउट कि प्लेटिनियम जुबली एम्बलम जो दिए गए हैं ये टेक्निकली सुख तालीवाल नहीं दे सकता था। ਅੱਛਾ ਨਾ, ਇੱਕ ਤਾਂ ਤਰੀਕ ਲੰਘ ਗਈ, ਇਹਦੇ ਕਈ ਨੁਕਤੇ ਨੇ ਜਿਹੜੇ ਪਕੜਨ ਵਾਲੇ ਆ। हाँ जी ਫਿਰ ਤੁਸੀਂ ਸਿਲੈਕਸ਼ਨ ਦੀ ਗੱਲ ਕੀਤੀ ਹੈ, ਮੇਰੇ ਦੋਸਤ ਮਿੱਤਰ ਦੀ ਨਾ, हाँ जी ਸਿਲੈਕਸ਼ਨ ਦੇ ਕਈ ਤਰੀਕੇ ਨੇ। हाँ हाँ ਸਿਲੈਕਸ਼ਨ ਦੇ ਤਰੀਕੇ ਨੇ ਕਿ ਤੁਸੀਂ ਕਮੇਟੀ ਬਣਾਉਂਦੇ ਹੋ, हाँ हाँ ਔਰ ਉਹ ਨਿਰੰਤਰ ਜਿਹੜੀ ਇਸ ਤਰ੍ਹਾਂ ਦੇ ਫੈਡਰਲ ਸਰਕਾਰ ਵੱਲੋਂ ਲੋਕਾਂ ਨੂੰ ਸਨਮਾਨਿਤ ਕਰਨ ਦੇ ਜ਼ਰੀਏ ਬਣੇ ਰਹਿੰਦੇ ਆ, ਤਾਂ ਕਿ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਇਨਕਰੇਜ ਕੀਤਾ ਜਾਵੇ। ਹਰ MP ਜਿਹੜਾ ਕਮਿਊਨਿਟੀ ਦੇ ਨੰਬਰ ਜਿਹੜੇ ਲੋਕ ਨੇ ਅਲੱਗ-ਅਲੱਗ ਖੇਤਰ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੇ ਜਿਹੜਾ ਕਮਿਊਨਿਟੀ ਵਰਕ ਕਰਦੇ ਆ, ਉਹਨਾਂ ਨੂੰ ਇੱਕ ਕਮੇਟੀ ਬਣਾਉਂਦੇ ਆ, ਔਰ ਉਹ ਕਮੇਟੀ ਦੇ ਪਾਸ ਜਾਂਦੇ ਆ, ਕਮੇਟੀ ਨਿਗਾਹ ਰੱਖਦੀ ਆ, ਉਹਨਾਂ ਦੇ ਨਾਂ ਫਿਰ ਸੁਜੈਸਟ ਕੀਤੇ ਜਾਂਦੇ ਨੇ, ਫਿਰ ਉਹਨਾਂ 'ਚੋਂ ਸਿਲੈਕਟ ਕੀਤੇ ਜਾਂਦੇ ਨੇ। ਇੱਕ ਤਾਂ ਇਹ ਤਰੀਕਾ ਹੈ। ਕਈ MP ਇਸ ਜੋਖਮ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਉਹ ਸਿੱਧੇ ਹੀ ਨਸ਼ਰ ਕਰ ਦਿੰਦੇ ਨੇ ਕਿ ਆਹ ਅਵਾਰਡ ਮਿਲਣੇ ਨੇ, ਇਹਦੇ ਲਈ ਤੁਸੀਂ ਕਿਸੇ ਨਾ ਕਿਸੇ ਨੂੰ ਅਕਨੌਲੇਜ ਕਰੋ। ਉਹ ਸਿੱਧੀ ਫੈਡਰਲ ਸਰਕਾਰ ਦੇ ਹੱਥ ਦੇ ਵਿੱਚ ਗੱਲ ਹੁੰਦੀ ਹੈ, ਅਤੇ ਬਾਅਦ ਦੇ ਵਿੱਚ ਉਹਨਾਂ ਦੀ ਐਕਨੌਲੇਜਮੈਂਟ ਅਤੇ ਰਿਕੋਗਨਾਈਜੇਸ਼ਨ ਕੀਤੀ ਜਾਂਦੀ ਹੈ। ਪਰ ਆ ਪਹਿਲੀ ਵਾਰੀ ਦੇਖਿਆ ਮੇਰੇ ਦੋਸਤ, ਮੇਰੇ ਮਿੱਤਰ ਲਈ, ਫਿਰ ਤਾਂ ਉਹੀ ਉਹ ਗੱਲ ਹੋਈ
ਬਾਤ ਪਾਵਾਂ ਟੁੱਕ, ਹੱਥ ਉੱਠੇ ਮੂੰਹ ਨੂੰ, ਹੱਥ ਉੱਠੇ ਮੂੰਹ ਨੂੰ। ਸਵਾਲ ਨਾਲ ਇੱਕ ਇਹ ਵੀ ਹੋਰ ਵੀ ਉੱਠਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਇਹ ਚੰਗੀ ਤਰ੍ਹਾਂ ਜਨਤਕ ਤੌਰ ਦੇ ਉੱਤੇ ਕਿਹਾ ਗਿਆ ਕਿ ਰਾਣੀ ਗੁਜ਼ਰ ਗਈ, ਰਾਣੀ ਸਤੰਬਰ ਦੇ ਵਿੱਚ ਗੁਜ਼ਰੀ ਸੀ, ਪਰ ਉਹਦੇ 70ਵੇਂ ਜਿਹੜੇ 7 ਦਹਾਕਿਆਂ ਦੀ ਖੁਸ਼ੀ ਦੇ ਵਿੱਚ ਜਿਹੜੇ ਮੈਡਲ ਤੇ ਜੋ ਵੀ ਹੈ ਦਸਤਾਵੇਜ਼ ਇਨਾਮ ਲੋਕਾਂ ਨੂੰ ਪ੍ਰਸਾਦ ਕਰਨ ਵਾਲੇ ਨੇ ਉਹ 5 ਫਰਵਰੀ 2023 ਤੱਕ ਖਤਮ ਹੋ ਜਾਣੇ ਚਾਹੀਦੇ ਨੇ ਜੀ। ਔਰ ਉਹ ਤੋਂ ਬਾਅਦ ਵੀ ਉਹਦੀ ਡਿਸਟ੍ਰੀਬਿਊਸ਼ਨ ਕਿਉਂ ਹੈ? ਤੀਸਰੇ ਨਾਲ ਸਵਾਲ ਇਹ ਵੀ ਇੱਕ ਉੱਠਦਾ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਸਮਝ ਨਾਲ ਲੋਕਾਂ ਨੂੰ ਦੇਖ ਲੈਣਾ ਚਾਹੀਦਾ ਕਿ ਜੇ ਬਈ ਸੱਪ ਲੰਘ ਗਿਆ ਤੇ ਬਾਅਦ ਦੇ ਵਿੱਚ ਉਹਦੀ ਲੀਕ ਤੁਸੀਂ ਪਿੱਟੀ ਜਾਓ, ਕੀ ਸਾਡੇ ਐਮਪੀ ਜਾਂ ਚੁਣੇ ਹੋਏ ਜਿਹੜੇ ਨੁਮਾਇੰਦੇ ਨੇ, ਐਮਪੀ ਨੇ, ਰਿਪਰੈਜ਼ੈਂਟੇਟਿਵ ਨੇ, ਸਾਡੇ ਇੰਨੇ ਲੇਜ਼ੀ ਨੇ ਕਿ ਉਹ ਪਹਿਲਾਂ ਉਹਨਾਂ ਨੂੰ ਜਾਗ ਹੀ ਨਹੀਂ ਹੁੰਦੀ ਤੇ ਤਾਂ ਕਰਕੇ ਲੇਟ ਕੰਮ ਕਰਦੇ ਆ? ਦੂਸਰਾ ਸਵਾਲ ਨਾਲੇ ਵੀ ਉੱਠਦਾ ਕਿ ਕੀ ਉਹਨਾਂ ਨੇ ਸੰਭਾਲ ਕੇ ਰੱਖਦੇ ਆ ਵੀ ਜਦੋਂ ਲੋੜ ਪਈ ਉਦੋਂ ਗਿੱਜੇ ਚੋਂ ਕੱਢਾਂਗੇ? ਵੀ ਜੇ ਕਿਤੇ ਮਾੜਾ ਵਕਤ ਆਇਆ 4 ਬੰਦਿਆਂ ਨੂੰ ਖੁਸ਼ ਕਰਨਾ ਹੈ ਤਾਂ ਅਸੀਂ ਇਹ ਜਿਹੜੇ ਇਨਾਮ ਕੱਢ ਕੇ ਉਦੋਂ ਜਿਹੜੀਆਂ ਪੱਤੀਆਂ ਵੰਡਾਂਗੇ? ਐਨੀਥਿੰਗ ਇਜ਼ ਪੋਸੀਬਲ। ਜਿੱਥੇ ਸਰੀ ਦੀ ਪੋਲੀਟਿਕਸ ਦੀ ਗੱਲ ਆਉਂਦੀ ਆ, ਜਿੱਥੇ ਲੋਕ ਗੰਦੀ ਤੋਂ ਗੰਦੀ ਨੀਤੀ ਹੈ ਜਿਹੜੀ ਪੋਲੀਟਿਕਸ ਦੇ ਹੇਠਾਂ ਜ਼ਾਹਰ ਕਰਕੇ ਅਪਣਾ ਕੇ ਤੇ ਲਾਗੂ ਕਰਨ ਦੀ ਆਪਣੇ ਆਪ ਦੇ ਵਿੱਚ ਫਖਰ ਮਹਿਸੂਸ ਕਰਦੇ ਆ, ਉੱਥੇ ਹਰ ਤਰ੍ਹਾਂ ਦੇ ਜਿਹੜੇ ਸ਼ੰਕੇ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ ਆਉਣੇ ਕੁਦਰਤੀ ਨੇ, ਲਾਜ਼ਮੀ ਨੇ ਔਰ ਆਉਣੇ ਵੀ ਚਾਹੀਦੇ ਆ। ਜੇ ਫਰਜ਼ ਕੀਤਾ ਰਾਣੀ ਗੁਜਰੀ ਹੈ ਸਤੰਬਰ 'ਚ, ਤੁਹਾਨੂੰ ਪਤਾ ਤੁਹਾਡੇ ਪਾਸ ਜਦੋਂ ਆਸ਼ਾ ਨਾ ਇਸ ਤਰ੍ਹਾਂ ਦੇ ਹੁੰਦੇ ਨੇ ਨਾ ਇਨਾਮ ਮੈਡਲਸ ਵਗੈਰਾ ਨਸ਼ਰ ਹੁੰਦੇ ਆ, ਸਾਰੇ ਐਮਪੀਆਂ ਨੂੰ ਦਿੱਤੇ ਜਾਂਦੇ ਆ ਵੀ ਤੁਹਾਡਾ ਕੋਟਾ ਇੰਨੇ ਦਾ, ਤੁਹਾਡਾ ਕੋਟਾ ਇੰਨੇ ਦਾ, 50 ਦੇ ਕਰੀਬ ਹੁੰਦੇ ਆ ਇਹ। ਔਰ ਤੁਹਾਡੀ ਕਮਿਊਨਿਟੀ ਦੇ ਵਿੱਚ ਜੇ ਤੁਸੀਂ 50 ਬੰਦੇ ਵੀ ਕੋਈ ਐਮਪੀ ਹੈ ਜਿਹੜਾ ਉਹ ਆਪਣੇ ਸਹੀ ਟਾਈਮ ਦੇ ਵਿੱਚ ਦਿੱਤੇ ਹੋਏ ਨਿਰਧਾਰਤ ਟਾਈਮ ਦੇ ਵਿੱਚ ਪੂਰੀ ਤਰ੍ਹਾਂ ਲੱਭ ਕੇ ਅਗਰ ਫੈਡਰਲ ਸਰਕਾਰ ਨੂੰ ਨਹੀਂ ਦਿੰਦਾ, ਉਹਦੇ ਨਾਲ ਨਿਕੰਮਾ ਐਮਪੀ ਕੋਈ ਨਹੀਂ, ਮੈਂ ਕਹਿੰਦੀ ਹਾਂ। ਇਹਦਾ ਮਤਲਬ ਉਹ ਕਹਿੰਦਾ ਮੈਂ ਤੇ ਮੇਰਾ ਮੁਣਸ ਤੀਏ ਦਾ ਮੂੰਹ ਝੁਲਸ। ਉਹ ਕੁਛ ਕੁ ਲੋਕਾਂ ਦੇ ਵਿੱਚ ਬੈਠ ਕੇ ਵੋਟਾਂ ਨੂੰ ਮੈਨੂਪੂਲੇਟ ਕਰਕੇ ਜਿੱਤਣ ਦੇ ਵਿੱਚ ਤਾਂ ਮਾਹਰ ਹੈ, ਪਰ ਆਮ ਧਰਾਤਲੀ ਲੈਵਲ ਦੇ ਉੱਤੇ ਉਹ ਲੋਕਾਂ ਦੇ ਵਿੱਚ ਨਹੀਂ ਸ਼ਾਮਲ ਹੈ। ਜੇ ਸ਼ਾਮਲ ਹੈ, ਫਰਜ਼ ਕੀਤਾ ਮੈਂ, ਚਲੋ ਮੈਂ ਗਿਵ ਮੀ ਬੈਨੀਫਿਟ ਆਫ ਦਾ ਡਾਊਟ, ਕਿਉਂਕਿ ਜਿਹੜਾ ਬੰਦਾ ਹਰ ਇੱਕ ਥਾਂ ਦੇ ਉੱਤੇ ਆ ਇਹਦਾ ਮਤਲਬ ਸ਼ਾਮਲ ਹੈ। ਕੀ ਉਹ ਇੰਨੇ ਲੋਕਾਂ ਦੇ ਵਿੱਚੋਂ ਕੁਛ ਲੋਕ ਵੀ ਨਹੀਂ ਪਛਾਣ ਸਕਿਆ? ਨੰਬਰ 1 ਅਨਕੈਪੇਬਲ। ਨੰਬਰ 2 ਜੇ ਨਹੀਂ ਪਛਾਣੇ ਇਹਦਾ ਮਤਲਬ ਕੀ ਉਹ ਸਾਰਾ ਕੰਟਰੋਲ ਆਪਣੇ ਹੱਥ? ਕੁਛ ਵਾਲੀ ਆਸ਼ਾ ਨਾ ਬੜੇ ਬਿਹਤਰੀਨ ਲੋਕ ਵੀ ਤੁਹਾਡੇ ਆਸ-ਪਾਸ ਹੁੰਦੇ ਨੇ, ਪਰ ਤੁਸੀਂ ਸਾਰਾ ਕੰਟਰੋਲ ਆਪਣੇ ਹੱਥ 'ਚ ਰੱਖਣਾ ਚਾਹੁੰਦੇ ਹੋ, ਕੰਟਰੋਲ ਫਰੀਕ ਹੁੰਦੇ ਹੋ, ਤਾਂ ਤੁਸੀਂ ਉਹਨਾਂ ਲੋਕਾਂ ਦੀ ਕਾਬਲੀਅਤ ਨੂੰ ਪਛਾਣਨਾ ਦੂਰ ਜਾਂ ਕਈ ਵਾਰ ਪਛਾਣਦੇ ਚੰਗੀ ਤਰ੍ਹਾਂ ਉਹਨੂੰ ਡਿਸਕਰੇਜ ਕਰਕੇ ਦਬਾ ਕੇ ਰੱਖਣਾ ਚਾਹੁੰਦੇ ਹੁੰਦੇ ਹੋ। ਇਹ ਵੀ ਮਨਵਿਰਤੀ ਵਿੱਚੋਂ ਇਹਦੇ ਵਿੱਚੋਂ ਝਲਕਦੀ ਹੈ। ਬਟ ਇਟ ਇਜ਼ ਸੋ ਸੈਡ ਕਿ ਸਤੰਬਰ ਤੋਂ ਲੈ ਕੇ ਫਰਵਰੀ 5 2023 ਤੱਕ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਤੁਸੀਂ 50 ਬੰਦੇ ਇਹੋ ਜਿਹੇ ਨਹੀਂ ਲੱਭ ਸਕੇ ਜਿਨ੍ਹਾਂ ਨੂੰ ਕਿ ਤੁਸੀਂ ਇਹ ਅਵਾਰਡ ਦੇ ਸਕੋ ਜਿਹੜੇ ਕਿ ਤੁਸੀਂ ਸੰਭਾਲ ਕੇ ਰੱਖੇ ਹੋਏ ਸੀ। ਇਹਦਾ ਮਤਲਬ ਤੁਸੀਂ ਕੰਮ ਨਹੀਂ ਪੂਰਾ ਕਰ ਰਹੇ। ਜੇ ਨਹੀਂ ਤੁਸੀਂ ਕੰਮ ਬਹੁਤ ਜ਼ਿਆਦਾ ਕਰ ਰਹੇ ਹੋ, ਇਹਦਾ ਮਤਲਬ ਇਹ ਜਿਹੜੀ ਸਨਮਾਨ ਪੱਤਰ ਸੀਗੇ ਇਹਨਾਂ ਨੂੰ ਤੁਸੀਂ ਸੰਭਾਲ ਕੇ ਰੱਖਿਆ ਸੀ ਤਾਂ ਕਿ ਕਿਸੇ ਵਕਤ ਆਪਣੇ ਮਤਲਬ ਲਈ ਸਹੀ ਮੌਕੇ ਦੇ ਉੱਤੇ ਤੁਸੀਂ ਰੰਗ ਦੀ ਦੁੱਕੀ ਦੀ ਤਰ੍ਹਾਂ ਲਾ ਸਕੋ। बिल्कुल दीदी, देयर इज़ अ लॉट ऑफ इन्फॉर्मेशन कमिंग थ्रू माय फ़ोन। मैं अपने फ़ोन देखते देखते थक गई हूँ कि बहुत सारे इन्फॉर्मेशन आ रहे हैं। और एक और कारगुजारी इसी एमपी की जो पाकिस्तान की सड़कों में आजकल देखी जा रही है, उस बारे में भी बात करेंगे, बट राइट आफ्टर अ क्विक कमर्शियल ब्रेक। घर दा प्लान ते बन गया, टूटियां ते टब कित्थों लेने आ शेरिया? सरदार नॉर्थ अमेरिका ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ। कमाओए फोन 604 231 95 92। ਹੁਣੇ ਲਓ ਸਰਦਾਰ 604 231 95 92। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी, गोट कढ़ाई, निहारी चिकन कढ़ाई, बारबेक्यू बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भूल नहीं सकती। अभी भी हाथों से खुशबू नहीं जा रही। ਹਾਂ, ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਯਾਨੀ ਖਾਓਗੇ
पाकिस्तान दी बिरयानी भुल जाओगे। हाउस ऑफ चिकन। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000। यूनो नंबर 403 83 18 120 स्ट्रीट सरी, जहाँ विजिट करो www.newworldcanada.ca। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ग्रेट ब्लाइंड से मॉडर्न डिजाइन की बहुत ज़्यादा बड़ी सिलेक्शन देखने ते खरीदण दे लई इकलौते शोरूम का पता है योर नंबर 14 1347 78 एवेन्यू 604 503 7007 ते करो कॉल। ग्रेट ब्लाइंड से अमेरिका वाले शोरूम का पता 3705 अवर्न वे अवर्न वाशिंगटन 253321 7007 जहाँ greatblindscanada.com ते करो विजिट। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਖੱਕਾ ਖੱਕਾ ਗੱਗਾ ਖੱਕਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ, ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 604 716 8570 604 716 8570। आप सुन रहे दोस्तों www.mwlive.ca। आज का ये प्रोग्राम आप तक पहुंचा रहे हैं फैमिली केयर फार्मेसी। अपने कम्युनिटी के अपने भाइयों का अपना फार्मेसी जो हर तरह के मेडिसिन कैरी करते हैं, चाहे वाइटामिन्स हो, सप्लीमेंट्स हो, हर्बल मेडिसिन हो। होम्योपैथिक डॉक्टर भी यहाँ पर अवेलेबल है। हफ्ते के 7 दिन खुले होते हैं। वॉकर, व्हीलचेयर वगैरह भी आप यहाँ से ले सकते हैं। आपके मैक्सिमम कवरेज दिलाएंगे सारे मेडिसिन पर। इनके 3 लोकेशन है, 8925 स्कॉट रोड डेल्टा, या फिर 128 स्ट्रीट 96 एवेन्यू, या फिर 1539 जॉनसन रोड वाइट रॉक। फैमिली केयर फार्मेसी। फ़ोन नंबर्स नोट करो जी, 604 599 0211 या 604 581 1900। फैमिली केयर फार्मेसी। इसके साथ साथ आप अगर अपने घर को नया देखना चाहते हो, फ्लोर्स, टाइल्स, कारपेट्स, तो नाम एक ही याद रखो, पैरामाउंट कारपेट क्लीनिंग के मान साहब। 604-861-3600। बेस्ट क्लीन अप आपको करके देंगे। आपके घर के टाइल्स और कारपेट्स चमकने लगेंगे जी। कारपेट क्लीनिंग, अपहोल्स्ट्री क्लीनिंग, मैट्रेस क्लीनिंग, डक्ट क्लीनिंग, फर्नेस क्लीनिंग, या टाइल और ग्राउट क्लीनिंग के लिए, फ्लोर टाइल्स के लिए, किचन टाइल्स के लिए, वॉशरूम टाइल्स के लिए, कमर्शियल रेसिडेंशियल बिल्डिंग ये करते हैं, ऑफिसेज भी करते हैं। ते नाल बैंक्वेट हॉल्स वालों के लिए स्पेशल डील। बेस्ट कारपेट एंड फ्लोर क्लीनिंग सर्विसेज के लिए पैरामाउंट कारपेट क्लीनिंग के मान साहब को याद रखो, 604-861-3600। दे हैव हैवी ड्यूटी ट्रक माउंटेड स्टीम क्लीनिंग सिस्टम। और एक बार आप अपने घर के फ्लोर्स क्लीन करवा लोगे, आपको खुद ही ऐसा महसूस करेगा किसी और के घर पे आ गए जी। इतना साफ सुथरा क्लीनिंग करते हैं। पैरामाउंट कारपेट क्लीनिंग के मान साहब 604-861-3600। इसके साथ साथ आपको ये बता दें कि पायल चाट हाउस वाले अब 24 घंटे खुले हैं, यानी ओपन 24 आवर्स। पायल बिजनेस सेंटर के पायल चाट हाउस, जहां से सुबह 4 बजे से 11 बजे के दरमियान आप हर किस्म के पराठे ले सकते हो। पायल चाट हाउस में माउथ वाटरिंग नॉन वेज और वेज डिशेस, बेस्ट गोट कढ़ाई, गोट मीट के लिए ये मशहूर है सरी में। स्पेशल केटरिंग भी करते हैं अप टू 100 पीपल। कांटेक्ट करो हरनेक जी को 604-518-7444। पायल चाट हाउस का फ़ोन नंबर है 604-596-1990। पायल चाट हाउस पायल बिजनेस सेंटर में। जब मेरे घर पे यहाँ की चाट हफ्ते में ज़रूर पहुँचना चाहिए 1-2 दिन, तो आप भी जाओ और पायल चाट हाउस के चाट ज़रूर ट्राई करो।
the best in town, 604-518-7444। आज का ये प्रोग्राम हमारे ये स्पॉन्सर्स के साथ आप सुन रहे हैं दोस्तों www.mwlive.ca। और आज बड़े क्वेश्चंस आ रहे हैं। क्या एमपी सुख धालीवाल अभी भी डिस्ट्रीब्यूट कर सकता है क्वीन एलिजाबेथ ऑफ कनाडा प्लैटिनम जुबली एम्बलम? जो प्रोग्राम ऑफिशियली क्लोज हो चुका है फरवरी 5 तारीख को साल 2023 में। सुख धालीवाल ये सारे काम अनएथिकल क्यों कर रहा है, वजह क्या है, जिसके बारे में आज बातचीत हो रही है। वैसे दीदी कई बार हम सोचते हैं कि कभी कभी समझ नहीं आती, शायद नॉलेज नहीं है, शायद समझ नहीं आती है, या फिर जानबूझकर लोगों को बेवकूफ़ बनाया जाता है। पिछले दिनों असद गुंडाल के रेसिडेंस पर कुछ अवार्ड्स दिए गए कम्युनिटी मेंबर्स को, मुस्लिम कम्युनिटी मेंबर्स को। वैसे ये जो क्वीन एलिजाबेथ कनाडा प्लैटिनम जुबली एम्बलम है, ये तो हर कम्युनिटी के सामने देना चाहिए था। ये तो इज्जत वाली गल थी कि इन लोगों को ने इतनी मेहनत की है, लाओ इनको हम अवार्ड से इनको सम्मान करें। तो फिर दूसरे कम्युनिटी को शामिल क्यों नहीं किया गया? सुख धालीवाल ने ये क्यों ज़रूरी समझा कि किसी के घर पे ले जाकर ये अवार्ड्स दिया जाए? पूरे कम्युनिटी, पूरे पब्लिक के सामने क्यों नहीं ये अवार्ड्स दिए गए? क्या और कोई कम्युनिटी डिजर्व नहीं कर रहा था इन अवार्ड्स को? सिर्फ पाकिस्तानी कम्युनिटी डिजर्व कर रही थी? अगर मुसलमान कैंडिडेट्स को देना था तो मुसलमान और भी मुल्कों के हैं, व्हाई ओनली पाकिस्तानी कम्युनिटी? और अगर कम्युनिटी अवार्ड्स इस तरह से देना था तो हमारे और भी कम्युनिटी है, चाहे वो सिख है, हिंदू है या क्रिश्चियन है, they all deserve to be appreciated. Why was these awards given into a residence? आसद गुंडाल के चुपके काम क्यों किया गया? चुपके वाली काम इसलिए तो नहीं किया गया क्योंकि एथिकली क्वींस प्लैटिनम जुबली एम्बलम डिस्ट्रीब्यूट नहीं करना था। छुप के दे दो तो लोगों को क्या पता, इनको तो अवार्ड मिल गए, इनसे ये खुश और मेरा काम हो गया। लेकिन जर्नलिस्ट का काम है कि इनको डिग किया जाए अवार्ड कौन सा मिला है, कौन सा अवार्ड दिया गया है और किस लिए दिया गया है। चलो कम्युनिटी सर्विसेज के लिए अवार्ड दी गई है, बहुत अच्छी बात है, अप्रिशिएट करना चाहिए, वॉलंटियर्स को देना चाहिए अवार्ड्स। लेकिन चुपके क्यों? क्या सुख धालीवाल के राइडिंग में और कम्युनिटी के लोग नहीं रहते हैं जो अप्रिशिएट करेंगे इस तरह के अवार्ड्स? Why was the Punjabi community not there? Why was Fijian community not there? What about the Indian community? What happened? हम लोग इस खुशी में शामिल नहीं हो सकते थे? या सुख धालीवाल ने इसलिए नहीं बताया कि इन कम्युनिटी को पता चलेगा कि ये कम्युनिटी बेवकूफ़ नहीं है, इस कम्युनिटी को मैं बेवकूफ़ बना सकता हूँ, इसलिए ये अवार्ड्स दिए गए? What was the reason behind it? Maybe Didi has a better thinking on that. ਹਰ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਹਾਂਜੀ। ਕਦੇ ਚਿੱਟੀਆਂ ਵਾਲੇ ਆ ਗਏ, ਕਦੇ ਨੀਲੀਆਂ ਵਾਲੇ ਆ ਗਏ। ਹਾਂ ਲੱਗਦਾ ਇਸ ਵਾਰੀ ਹਰੀਆਂ ਐਨਕਾਂ ਲੱਗੀਆਂ ਨੇ। ਹਾਂ ਸਵਾਲ ਇਹ ਉੱਠਦਾ ਕਿ ਜਿਵੇਂ ਉਹਨਾਂ ਨੂੰ ਪੁੱਛਿਆ ਵੀ ਐਥੀਕਲੀ ਕੀ ਹੋ ਸਕਦਾ, ਕੀ ਕਾਨੂੰਨਨ ਤੌਰ ਦੇ ਉੱਤੇ ਇਹ ਹੋਣਾ ਚਾਹੀਦਾ? ਕਹਿੰਦੇ ਕਾਨੂੰਨਨ ਤੌਰ ਦੇ ਉੱਤੇ ਤਾਂ ਡਿੱਗ ਕਰਕੇ ਪਤਾ ਚੱਲ ਸਕਦਾ, ਪਰ ਐਥੀਕਲੀ ਬਹੁਤ ਜ਼ਿਆਦਾ ਵੱਡਾ ਮਸਲਾ ਹੈ। ਤਾਂ ਜਦੋਂ ਛਾਣਬੀਣ ਕੀਤੀ ਗਈ ਤਾਂ ਜ਼ਿਕਰ ਆਇਆ 5 ਫਰਵਰੀ 2023 ਦਾ, ਕੇਸ ਤੋਂ ਪਹਿਲਾਂ ਇਹ ਜਿਹੜਾ ਕੰਮ ਹੈ ਸਮਾਪਤ ਹੋਣਾ ਚਾਹੀਦਾ ਹੈ, ਪ੍ਰੋਗਰਾਮ ਸਮਾਪਤ ਹੋਣਾ ਚਾਹੀਦਾ। ਤਾਂ ਐਥਿਕਸ ਦੀ ਗੱਲ ਆ ਗਈ। ਹਾਂਜੀ, ਜਦੋਂ ਐਥਿਕਸ ਦੀ ਗੱਲ ਆਈ ਤਾਂ ਉਹਦੇ ਉੱਤੇ ਤੁਹਾਨੂੰ ਪਤਾ ਵੀ ਫਿਰ ਇਸ ਪੁਆਇੰਟ 'ਤੇ ਆ ਕੇ ਸਾਡੇ ਵੀ ਐਂਟੀਨੇ ਨੇ ਜਿਹੜੇ ਪੂਰੀ ਚੰਗੀ ਤਰ੍ਹਾਂ ਖੜੇ ਹੋ ਜਾਂਦੇ ਆ, ਪਰ ਹੋਣੇ ਵੀ ਚਾਹੀਦੇ ਆ। ਫਿਰ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਫਰੀਕੁਐਂਸੀਜ਼ ਨੇ ਉਹਨਾਂ ਨੂੰ ਪਕੜਨਾ ਸ਼ੁਰੂ ਕਰ ਦਿੰਦੇ ਨੇ। ਖਾਸ ਤੌਰ ਦੇ 'ਤੇ ਜਿੱਥੇ ਐਥਿਕਸ ਹੀ ਆਵੇ ਨਾ ਗੱਲ, ਆਸ਼ਾਨਾ ਇੱਕ ਗੱਲ ਆਪਾਂ ਕਹਿੰਦੇ ਹੁੰਦੇ ਵਨਸ ਏ ਕ੍ਰਿਮੀਨਲ ਇਜ਼ ਆਲਵੇਜ਼ ਏ ਕ੍ਰਿਮੀਨਲ। ਹਾਂਜੀ, ਜਦੋਂ ਕੋਡ ਆਫ ਕੰਡਕਟ ਦੇ ਕੋਈ ਐਥਿਕਸ ਪਬਲਿਕ ਸਰਵਿਸ ਦੇ ਤੌਰ ਦੇ ਉੱਤੇ ਇੱਕ ਵਾਰੀ ਕੋਈ ਕੋਤਾਹੀ ਕਰ ਜਾਵੇ ਨਾ, ਤੁਹਾਨੂੰ ਦੂਸਰੀ ਵਾਰੀ ਇੱਕ ਹੀ ਗੱਲ ਹੁੰਦੀ ਆ, ਜਾਂ ਤਾਂ ਉਹ ਹਮੇਸ਼ਾ ਲਈ ਸਿੱਖ ਜਾਂਦਾ ਹੈ ਜਾਂ ਉਹਦਾ ਹੀਆਂ ਵੱਧ ਜਾਂਦਾ ਹੈ। ਕਿਉਂਕਿ ਐਥਿਕਸ ਦੇ ਨਾ ਮਿਆਰ ਹੈ, ਤੁਸੀਂ ਮਾਪਦੰਡ ਸ਼ੁਰੂ ਤੋਂ ਕਰਦੇ ਹੋ ਕਿ ਇੱਥੇ ਤੱਕ ਜਾ ਸਕਦੇ ਆ, ਇਸ ਤੋਂ ਗਾਹਾਂ ਨਹੀਂ ਜਾ ਸਕਦੇ। ਜੀ, ਜੇ ਗਲਤੀ ਨਾਲ ਕੰਧ ਟੱਪ ਲਈ ਜਾਵੇ ਤਾਂ ਅਗਲਾ ਸੁਧਰ ਜਾਂਦਾ ਹੈ, ਪਰ ਕੁਝ ਨਹੀਂ ਵੀ ਹਾਂ ਸਾਡੇ ਅਸੀਂ ਕੀ ਜਾਣਦੇ ਆ, ਕੰਧਾਂ ਕੋਠੇ ਟੱਪਣੇ ਤਾਂ ਸਾਡਾ ਹੱਕ ਹੈ।
ਉੱਥੇ ਪੰਗਾ ਪੈਂਦਾ ਹੈ। ਉਹਨਾਂ ਨੇ ਮੈਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ, ਕਹਿੰਦੇ ਐਥਿਕਸ ਦੀ ਜਿੱਥੇ ਤੁਸੀਂ ਗੱਲ ਕਰਦੇ ਹੋ ਬੀਬਾ, ਉਹ ਤਾਂ ਬੰਦੇ ਦੇ ਆਪਣੇ ਐਥਿਕਸ ਦੇ ਮਿਆਰ ਦੇ ਉੱਪਰ ਆਧਾਰਿਤ ਹੈ। ਔਰ ਉਹਨਾਂ ਦੇ ਇਸ ਜਵਾਬ, ਇਹ ਦਿੱਤੇ ਹੋਏ ਜਵਾਬ ਦੇ ਵਿੱਚ, ਜਾਣਕਾਰੀ ਦੇ ਤਹਿਤ ਦਿੱਤੇ ਹੋਏ ਜਵਾਬ ਦੇ ਵਿੱਚ ਸਾਰਾ ਕੁਝ ਛੁਪਿਆ ਹੋਇਆ ਸੀ। ਇਹਨੂੰ ਕਹਿੰਦੇ ਨੇ ਸਿਆਣਾ ਸਿਆਸਤਦਾਨ। ਕਿ ਕੋਈ ਵੀ ਸਿਆਸਤਦਾਨ ਐਥਿਕਸ ਦਾ ਮਾਪਦੰਡ ਆਪਣੇ ਮਤਲਬ, ਗਰਜ ਔਰ ਹੰਕਾਰ ਦੇ ਲੈਵਲ ਦੇ ਉੱਤੇ ਨਿਰਧਾਰਿਤ ਕਰ ਲੈਂਦਾ ਹੈ। ਜਿਹੜੇ ਪ੍ਰੋਗਰਾਮ ਨੂੰ ਕਨਕਲੂਡ ਕਰਨ ਦੀ ਤਰੀਕ ਹੈ, ਜਿਹੜੀ ਰਾਣੀ ਦੇ ਸਤੰਬਰ 'ਚ ਮਰਨ ਤੋਂ ਉਪਰੰਤ 5 ਫਰਵਰੀ ਤੱਕ ਦਿੱਤੀ ਗਈ, 5 ਫਰਵਰੀ 2023 ਤੱਕ, ਉਹਨਾਂ ਦੇ ਨਾਂ ਨਿਮਿਤ ਜਿਹੜੇ ਇਸ ਤਰ੍ਹਾਂ ਦੇ ਕੀ ਕਹਿੰਦੇ ਨੇ ਪ੍ਰਸ਼ੰਸਾ ਚਿੰਨ੍ਹ ਜਾਂ ਪ੍ਰਸ਼ੰਸਾ ਪੱਤਰ ਨੇ, ਜਿਹੜੇ ਉਹ ਅਗਸਤ ਦੇ ਅਖੀਰ 'ਚ ਵੀ ਵੰਡੇ ਜਾ ਰਹੇ ਹੈ। ਤਾਂ ਤੁਸੀਂ ਦੱਸ ਸਕਦੇ ਹੋ ਵੀ ਐਥਿਕਸ ਕਿੱਥੇ ਤੱਕ ਨੇ। ਨੰਬਰ 1 ਤਾਂ ਇਹ ਜੀ। ਫਿਰ ਐਥਿਕਸ ਵੰਡੇ ਕਿੱਥੇ ਜਾ ਰਹੇ ਨੇ, ਤੁਸੀਂ ਆਪ ਦੱਸਿਆ, ਮੇਰੇ ਦੋਸਤ, ਮੇਰੇ ਮਿੱਤਰ। ਹਾਂਜੀ। ਗੋਂਦਲ ਸਾਹਿਬ, ਗੱਲ ਇੱਥੇ ਹੀ ਨਹੀਂ ਮੁੱਕਦੀ। ਚਾਚੇ ਭਤੀਜੇ ਦੀ ਗਲਤ ਕੰਮਾਂ ਦੇ ਵਿੱਚ, ਕਤਾਈਆਂ ਦੇ ਵਿੱਚ ਜੋੜੀ ਦਾ ਅਸੀਂ ਬੜਾ ਜ਼ਿਕਰ ਕਰਦੇ ਆ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ। ਇੱਕ ਹੋਰ ਪਤਾ ਲੱਗਿਆ ਚਾਚੇ ਭਤੀਜੇ ਦੀ ਜੋੜੀ ਦਾ, ਜਿਹੜੀ ਪਿਛਲੇ ਦਿਨਾਂ 'ਚ ਪਾਕਿਸਤਾਨ ਵਿਆਹ ਦੇਖਣ ਗਈ ਸੀ। ਪਤਾ ਨਹੀਂ ਨਿਕਾਹ ਦੇਖਣ ਗਏ ਸੀ ਜਾਂ ਕਰਾਉਣ ਗਏ ਸੀ, ਇਹ ਤਾਂ ਸਮਾਂ ਦੱਸੂਗਾ। ਗੱਲ ਇਹ ਆ ਵੀ ਵਿਆਹ ਦੇ ਉੱਤੇ ਵੀ ਕਹਿੰਦੇ ਸਪੈਸ਼ਲ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਵਿਆਹ ਦੇ ਵਿੱਚ ਚਾਚਾ ਭਤੀਜਾ ਗਏ। ਭਤੀਜੇ ਨੂੰ ਵੀ ਸਨਮਾਨਿਤ ਕੀਤਾ ਗਿਆ, ਦੋਸਤੀਆਂ ਸਨਮਾਨਿਤ ਕਰ ਲਈਆਂ, ਵਿਆਹ ਨਿਕਾਹ ਦੇਖਣ ਦੀ ਜਿਹੜੀ ਕਾਰਗੁਜ਼ਾਰੀ ਆ ਉਸ ਨੂੰ ਸਨਮਾਨਿਤ ਕਰ ਲਿਆ ਜਾਂ ਕੁਝ ਹੋਰ ਸਨਮਾਨਿਤ ਕਰ ਲਿਆ। ਵਾਟ ਇਜ਼ ਗੋਇੰਗ ਔਨ? ਚੁਣੇ ਹੋਏ ਨੁਮਾਇੰਦੇ ਦਾ ਸਿਰਫ ਆਪਣੇ ਨੇੜੇ ਦੇ ਸਰਕਲ ਨੂੰ ਸਨਮਾਨਿਤ ਕਰਨ ਦੀਆਂ ਜਿਹੜੀਆਂ ਪ੍ਰਵਿਧੀਆਂ ਨੇ, ਫਿਰ ਤਾਂ ਕੌਡੀ ਵਾਲਿਆਂ ਨਾਲੋਂ ਵੀ ਮਾੜੇ ਸੱਤਰ ਦੀਆਂ ਹੋ ਗਈਆਂ। ਅਕਸਰ ਕੌਡੀ ਵਾਲਿਆਂ ਦੇ ਇਨਾਮ ਵੰਡਣ ਦੀਆਂ, ਸ਼ੀਲਡਾਂ ਵੰਡਣ ਨੂੰ 10-15 ਸਾਲ 20 ਸਾਲ ਪਹਿਲਾਂ ਬੜਾ ਮਾੜਾ ਮੰਨਿਆ ਜਾਂਦਾ ਸੀ। ਕਹਿੰਦੇ ਤੁਸੀਂ ਸਾਡੇ ਆਏ, ਅਸੀਂ ਤੁਹਾਡਾ ਸਨਮਾਨ ਕਰਾਂਗੇ, ਤਾਂ ਕਿ ਫਿਰ ਅਸੀਂ ਜੋ ਤੁਹਾਡੇ ਆਵਾਂਗੇ ਤਾਂ ਤੁਸੀਂ ਵੀ ਤਾਂ ਸਾਡਾ ਸਨਮਾਨ ਕਰੋਗੇ। ਅੱਛਾ, ਮੈਂ ਚਲੋ ਤੁਹਾਨੂੰ ਪਾਕਿਸਤਾਨ ਦੇ ਵਿੱਚ ਵਿਆਹ ਦਿਖਾ ਕੇ ਲੈ ਕੇ ਆਉਣਾ, ਤੁਸੀਂ ਮੈਨੂੰ ਮੈਡਲ ਦਿਓ, ਜਾਂ ਕਿ ਉਸ ਨੂੰ ਐਪਰੀਸ਼ੀਏਟ ਸਿੱਧੇ ਜਾਂ ਸਿੱਧੇ ਤੇਰੇ ਤਰੀਕੇ ਨਾਲ ਕੀਤਾ ਜਾ ਰਿਹਾ। ਸਵਾਲ ਇਹ ਵੀ ਉਠਾਇਆ ਗਿਆ ਉਹਨਾਂ ਨੇ ਮੇਰੇ ਸਾਹਮਣੇ, ਕਹਿੰਦੇ ਰੈਸਿਪੀਐਂਟਸ ਦੀ ਲਿਸਟ ਦੇਖੋ ਜੀ, ਯਾਰ ਦੋਸਤ ਮਿੱਤਰ ਚਾਚਾ ਭਤੀਜਾ। ਮੈਂ ਕਿਹਾ ਕੋਈ ਵਿੱਚ ਭਰਜਾਈ ਹੈਗੀ ਕਿ ਨਹੀਂ? ਸਵਾਲ ਮਜ਼ਾਕੀਆ ਵੀ ਹੈ, ਪਰ ਨਾਲ ਦੀ ਨਾਲ ਇੱਕ ਕੌੜੀ ਸੱਚਾਈ ਵੀ ਬਿਆਨਦਾ ਹੈ। ਔਰ ਨਾਲ ਸਵਾਲ ਇਹ ਵੀ ਹੈ ਆਸ਼ਾ ਨਾ, ਜਿਹੜਾ ਮੈਂ ਤੁਹਾਡੇ ਨਾਲ ਕੱਲ੍ਹ ਵੀ ਇਜ਼ਹਾਰ ਸਾਂਝਾ ਕੀਤਾ ਸੀ, ਅੱਜ ਵੀ ਕਰਨਾ ਚਾਹਾਂਗੀ। ਹੁਣ ਕਿਉਂ? ਉੱਥੇ ਕਿਉਂ? ਦੋਹਾਂ ਦੇ ਵਿੱਚ ਤੁਹਾਨੂੰ ਨੀਅਤ ਪਤਾ ਚੱਲ ਜਾਂਦੀ ਹੈ। ਜੇ ਫਰਵਰੀ 5 ਤੋਂ ਪਹਿਲਾਂ ਕਰਨੇ ਸੀ, ਉਸ ਤੋਂ ਪਹਿਲਾਂ ਕਿਉਂ ਨਹੀਂ ਹੋਏ? ਹਾਂਜੀ। ਪਾਕਿਸਤਾਨ ਦੀ ਫੇਰੀ ਦਾ ਵਿਆਹ ਵੀ ਬਾਅਦ ਦੇ ਵਿੱਚ ਹੀ ਹੋਇਆ। ਖੈਰ, ਤੇ ਉਹਦੇ ਨਾਲ ਨਾਲ ਇਹ ਵੀ ਹੈ ਕਿ ਜਦੋਂ ਰਾਣੀ ਵੱਲੋਂ ਸਨਮਾਨ ਕੀਤਾ ਜਾ ਰਿਹਾ, ਰਾਣੀ ਦੇ ਨਾਂ ਦੇ ਉੱਤੇ ਕੈਨੇਡਾ ਸਰਕਾਰ ਵੱਲੋਂ ਸਨਮਾਨ ਕੀਤਾ ਜਾ ਰਿਹਾ, ਫਿਰ ਐਮਪੀਆਂ ਨੂੰ ਫੰਡਿੰਗ ਬਥੇਰੀ ਮਿਲਦੀ ਆ, ਐਮਪੀਆਂ ਦੇ ਖਰਚੇ ਬਥੇਰੇ ਸਰਕਾਰ ਦੇ ਵਿੱਚ ਅਸੀਂ ਅਫੋਰਡ ਕਰਦੇ ਹਾਂ, ਤਾਂ ਫਿਰ ਉਹ ਸਾਡੇ ਇਲਾਕੇ ਦੇ ਐਮਪੀ ਜਿਹੜੇ ਸੁੱਖ ਧਾਲੀਵਾਲ ਨੇ ਨਿਊਟਨ ਦੇ, ਉਹਨਾਂ ਨੇ ਆਪਣਾ ਸਮਾਗਮ ਕਰਕੇ ਜਾਂ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਕਿਉਂ ਨਹੀਂ ਸਨਮਾਨ ਕੀਤਾ? ਆਪਣੇ ਮਿੱਤਰ ਦੇ ਘਰ ਦੇ ਵਿੱਚ ਟੈਂਟ ਲਾ, ਮਿੱਤਰ ਨੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ, ਅਸੀਂ ਇੱਥੋਂ ਪੱਚਾ ਚੱਕ ਕੇ ਲੈ ਗਏ, ਚਲੋ ਜੀ ਬਾਏ 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 ਬਾਏ, ਬੱਲੇ 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 ਮੇਰੇ ਮਿੱਤਰ ਪਿਆਰੇ। ਅਸੀਂ ਤਾਂ ਰਾਜਨੀਤਿਕ ਐਪਰੀਸੀਏਸ਼ਨ ਜਿਹੜੇ ਅਵਾਰਡ ਨੇ, ਕਿਸੇ ਵੀ ਲੋਕਾਂ ਦੀ ਕੀਤੀ ਹੋਈ ਜਿਹੜੀ ਕਮਿਊਨਿਟੀ ਦੀ ਸਰਵਿਸ ਹੈ ਉਸ ਨੂੰ ਐਪਰੀਸ਼ੀਏਟ ਕਰਨ ਵਾਲੇ ਜਿਹੜੇ ਅਵਾਰਡਸ ਨੇ, ਉਹਨਾਂ ਨੂੰ ਵੀ ਅਸੀਂ ਆਪਣੇ ਵਿਆਹ ਮੰਗਣੇ ਭੋਗ ਦੇ ਵਰਗਾ ਹੀ ਬਣਾ ਲਿਆ ਕਿ ਤੁਸੀਂ ਇਕੱਠ ਕਰ ਲਓ, ਮੈਂ ਆਊਂਗਾ ਆਪਣਾ ਕੰਮ ਕਰਕੇ ਚਲਿਆ ਜਾਊਂਗਾ। ਇਹ ਸਾਡੇ ਪੋਲੀਟੀਸ਼ੀਅਨਸ ਦੀ ਜਿਹੜੀ ਪ੍ਰਵਿਰਤੀ ਵਧੀ ਹੈ, ਜਿਹਨੂੰ ਅਨਫੋਰਚੂਨੇਟਲੀ ਅਸੀਂ ਖੁਦ ਵੀ ਐਨਕਰੇਜ ਕਰਨ ਦੇ ਵਿੱਚ ਜ਼ਿੰਮੇਵਾਰ ਹਾਂ ਬਰਾਬਰ ਦੇ, ਇਸ ਨੂੰ ਨਕਾਰਨਾ ਚਾਹੀਦਾ ਹੈ। ਸਰਕਾਰ ਵੱਲੋਂ ਕਮਿਊਨਿਟੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ, ਉਹਨਾਂ ਦੇ ਕੰਮ ਕਰਨ ਵਾਲਾ ਜਿਹੜਾ ਫੈਕਟਰ ਆ, ਉਸ ਨੂੰ ਐਪਰੀਸ਼ੀਏਟ ਕਰਨ ਲਈ ਸਮਾਗਮ ਐਮਪੀ ਦੇ ਦਫ਼ਤਰ ਦੇ ਵਿੱਚ ਹੋਵੇ, ਐਮਪੀ ਵੱਲੋਂ ਆਯੋਜਿਤ ਹੋਵੇ, ਉੱਥੇ ਬੁਲਾਇਆ ਜਾਵੇ, ਫਿਰ ਤਾਂ ਉਹ ਸਨਮਾਨ ਬਣਦਾ ਹੈ। ਬਿਲਕੁਲ ਨਹੀਂ ਇਸ ਤਰ੍ਹਾਂ ਤਾਂ ਆਸ਼ਾ ਨਾ, ਸਨਮਾਨ ਦਾ ਇਨਸਲਟ ਆ ਅਤੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਦਾ ਹੋਰ ਵੀ ਜ਼ਿਆਦਾ ਇਨਸਲਟ ਆ। ਔਰ ਇਹਦੇ ਵਿੱਚੋਂ ਬਦਬੂ ਆਉਂਦੀ ਆ ਆਪਣੇ ਮਤਲਬ ਲਈ,
ਆਪਣੀ ਮਤਲਬ ਪ੍ਰਸਤੀ ਦੇ ਅੰਤਰਗਤ ਆਪਣੇ ਲਈ ਢੁਕਵੇਂ ਸਮੇਂ ਨੂੰ ਵਰਤਣਾ ਔਰ ਇਹੋ ਜਿਹੀਆਂ ਚੀਜ਼ਾਂ ਨਾਲ ਲੋਕਾਂ ਨੂੰ ਲਾਲਚ ਦੇਣਾ। We'll be right back after a quick commercial break. ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। शुक्र है डायरेक्ट फर्नीचर नवी था ते खुल गया। हम तो पूरे घर दा फर्नीचर में डायरेक्ट फर्नीचर तो लेके आउनी आ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ। ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553। ਡਾਇਰੈਕਟ ਫਰਨੀਚਰ। रोजाना खबरों विच असॉल्ट, सैक्शुअल असॉल्ट, थेफ्ट, ड्राइविंग ऑफेंसेस ते होर बड़े क्रिमिनल एक्टिविटीज बारे सुनते हाँ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। अगर तुसी भी क्रिमिनल चार्जेस का सामना कर रहे हो तो नौजवान वकील जो 4 प्रोविंस BC, अल्बर्टा, मैनीटोबा, ओंटारियो विच गुंझलदार केसेस जित्ते हैं, क्रिमिनल लॉयर गगन नाहल। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 A ਸਟਰੀਟ ਸਰੀ। For all criminal charges, call Gagan Nahal 604-527-4769. ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 604-503-0988। ਬਲੈਕ ਐਂਡ ਵਾਈਟ ਆਟੋ ਬੋਡੀ। ਕੱਲ ਸਾਰੇ ਬੜੇ ਖੁਸ਼ ਸੀ। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब ਬਸ कढ़ाई। ਬਸ ਬਸ ਹੁਣ ਨਹੀਂ ਰਿਹਾ ਜਾਂਦਾ। ਬਾਰਨੀਜ਼ ਕੜਾਈ ਵਾਲਾ ਹੈ ਕਿੱਥੇ? अपने सरी पिंड ते 8140 स्ट्रीट, second location 12889 84th Avenue, Surrey. Phone number 7785654416. चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीज कढ़ाई वाला कभी नहीं भूलोगे। आप खुश, बानीज कढ़ाई वाला खुश। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345। ਯੂਨਿਟ ਨੰਬਰ 204-2589 Cedar Park Place, Abbotsford. Anchor Mortgage Canada. जी दोस्तों, आप सुन रहे www.live.ca। खुदा न खास्ता अगर कोई क्रिमिनल चार्जेस लग गए हैं, चाहे वो सेक्सुअल असॉल्ट हो, थेफ्ट हो, किसी भी तरह के ड्राइविंग ऑफेंसेस हो, कोई भी क्रिमिनल चार्जेस हो, तो क्रिमिनल लॉयर गगन नाहल को आज ही कॉल करो 604-527-4769। ये प्रोफेशनल है और इन्होंने कई कॉम्प्लिकेटेड केसेस 4 प्रोविंसेस में जीत चुके हैं, BC, अल्बर्टा, मैनीटोबा, ओंटारियो में। क्रिमिनल लॉयर गगन नाहल 604-527-4769 और विजिट करो 6625152 A स्ट्रीट सरी में।
क्रिमिनल लॉयर गगन नहाल 604-527-4769। घर नया बना रहे हो या रेनोवेट कर रहे हो, घर के लिए किसी भी तरह के प्लम्बिंग की ज़रूरत हो तो आपके लिए हाई एंड ब्रांड नेम प्रोडक्ट्स सिर्फ और सिर्फ HTA प्रोडक्ट्स पर ये कैरी करते हैं बेस्ट प्रोडक्ट्स आपके लिए। आज ही विजिट करो 7985 132nd स्ट्रीट सरी में या कॉल करो साबी औलक को 604-728-5339 604-728-5339। और अगर लाहौर के ज़रा टेस्ट प्राप्त करना चाहते हो, वहाँ के टेस्ट आप महसूस करना चाहते हो, तो सिर्फ और सिर्फ एक ही जगह है जहाँ से आपको लाहौर के टेस्ट मिलेगा और वो है टेस्ट ऑफ लाहौर। अपने कम्युनिटी में मशहूर नाम है टेस्ट ऑफ लाहौर। 9526 120th स्ट्रीट सरी 120th और 96 के कॉर्नर पर है। आज ही कॉल करो 604-498-6555। आप इनके हॉल से किसी भी तरह के इवेंट्स ऑर्गेनाइज करना चाहते हो तो ज़रूर कॉल करो। इनका अपना हॉल है जहाँ पर आप बुकिंग करवा सकते हो। फ़ोन करो जी 604-498-6555 हॉल बुकिंग के लिए भी। वीकेंड के बफे है 11 to 3 PM 1499, जिसमें आप चना मसाला, आलू की सब्जी, गोट पाया, बीफ निहारी, सूजी का हलवा, नान, पूड़ी, चाय, सब कुछ 1499 में ले सकते हो। अपने फ्रेंड्स को ज़रूर लेकर जाओ, इनके वीकेंड बफे का स्वाद लो जी। 11 to 3 PM। फॉर मोर इन्फॉर्मेशन 604-498-6555। ये हमारे स्पॉन्सर्स है www.mwlive.ca पर। और आज बातचीत हो रही है मिस्टर तालीवाल जो MP है हमारे शहर, हमारे इस न्यूटन राइडिंग के MP है, जो डिस्ट्रीब्यूट कर रहे क्वीन एलिजाबेथ ऑफ कनाडा प्लेटिनियम जुबली एम्बलम, जो टेक्निकली ये प्रोग्राम क्लोज हो चुका है फरवरी 5 तारीख साल 2023 का। लेकिन इनके पास कुछ अवार्ड्स रखे हुए थे। इन्होंने सोचा किसको पता चलेगा, पाकिस्तानी कम्युनिटी है, इन्होंने कौन सा खोल कर देखना, इन्वेस्टिगेट करना, दे दो जी इनको, ये खुश हो जाएंगे, मेरे वोट्स पक्के, सब कुछ ठीक ठाक। लेकिन जब जर्नलिस्ट इस तरह के अवार्ड्स देखते हैं तो उनके तय तक जाते हैं और हमें पता चल गया है कि ये ऑफिशियली क्लोज हो चुका है फरवरी 5 2023 में। तो ये अवार्ड्स जो है इन्हें ज़रूर इन्होंने हिफाजत से रखे हुए होंगे कि कभी तो हम यूज़ करेंगे, कभी किसी को बेवकूफ़ बनाएंगे। तो फ़िलहाल इन्होंने पिछले दिनों आसद गुंदाल के रेसिडेंस पे ये डिस्ट्रीब्यूट्स किए। वैसे दीदी एथिकल की तो बात ही नहीं है, लेकिन सुख तालीवाल जी को इस बात को शर्म महसूस ज़रूर करना चाहिए कि किसी भी कम्युनिटी का फ़ायदा ना उठाओ। ये कम्युनिटी बड़े इनोसेंट है, ये कम्युनिटी आपको कई सपोर्ट दिए है, हर जगह आपके साथ खड़े हुए, लेकिन उनको इतना बेवकूफ़ बनाना तो सही बात नहीं है ना। डोंट डू दिस। और अगर इस तरह के अवार्ड आपको देना था इस कम्युनिटी को तो सहारों के सामने देते। वहाँ किसी और कम्युनिटी के बंदा नहीं मौजूद था, वहाँ पर कोई इंडियन कम्युनिटी के नहीं थे, फिजियन कम्युनिटी के नहीं थे, वहाँ कोई और मज़हब के लोग नहीं थे। चुपके चुपके ये काम आपने किया। जो कम्युनिटी आपके साथ हमेशा ऑनेस्ट थे, वही बोलते ना दीदी, जिसके नमक खाए उसी के साथ गद्दारी। इट शुड नॉट बी लाइक दैट। लेकिन चलो खैर, कुछ लोगों की असलियत पता चल जाता है, असलियत हम जान जाते हैं। वैसे आपने कमेंट किया था चाचा भतीजा, तो किसी ने मुझे करेक्ट करवाया, कहते चाचा भतीजा नहीं, मामा भांजा है। और भी खतरनाक रिश्तेदारी आशा ना? मामा भांजा है, कहते चाचा भतीजा नहीं है। और मुझे एक बात का और पता चला दीदी, जिसके बारे में मैं आज खुलासा ज़रूर करना चाहूँगी, बिकॉज आई डोंट थिंक दिस इज़ राइट। हमारे कैनेडियन पॉलिटिशियंस, चाहे वो भारत जाते हैं, पाकिस्तान जाते हैं, किसी और मुल्क में जाते हैं, तो वहाँ अपने आप को बल्ले बल्ले ज़रूर करवाते हैं। MP सुख तालीवाल के कहते बड़े बड़े पोस्टर लगे हैं पाकिस्तान में, बड़े बड़े पोस्टर्स लगे हुए हैं। MP कनाडा का पोस्टर्स पाकिस्तान में लगे हुए हैं। ये क्या चल रहा है? कौन सा गेम चल रहा है? क्या आपको कनाडा सरकार अपने पोस्टर्स कनाडा के इस मुल्क में, इस धरती में नहीं लगाने देते हैं? क्या आपको पाकिस्तान जाना पड़ा अपने पोस्टर्स लगाने के लिए? यू आर बोर्न इंडियन, यू आर बोर्न इन अ पंजाबी, आई मीन इन पंजाब स्टेट। पंजाब में आपको पोस्टर लगाने की ज़रूरत, इजाज़त नहीं मिली क्या? क्या आपको पाकिस्तान में जाकर बड़े बड़े पोस्टर लगाना पड़ गया? किस चीज़ की
what are you trying to prove here? मुझे बड़ी हैरानी हुई है जब लोगों ने पोस्टर की पिक्चर मुझे खींच खींच के भेजी है। अब मुझे हैरानी हुई, मैंने कहा व्हाट? मैं कहा हमारे कनाडा के एमपी की तस्वीर पाकिस्तान के सड़कों में क्यों? वाई? व्हाट इज द रीजन बिहाइंड दैट? ਮੈਂ ਤੁਹਾਨੂੰ ਦੱਸਦੀ ਹਾਂ ਰੀਜ਼ਨ ਆਸ਼ਾ ਨਾ। हाँ जी, ਚਾਚਾ ਭਤੀਜੇ ਦੀ ਤਾਂ ਗੱਲ ਫੇਰ ਵੀ ਨਾਲ ਸਰੀਕਾ ਆ ਜਾਂਦਾ, हाँ हाँ ਮਾਮੇ ਭਾਣਜੇ ਦੀ ਤਾਂ ਸਾਂਝ ਹੋਰ ਵੀ ਜ਼ਿਆਦਾ ਖਤਰਨਾਕ ਹੋਵੇ ਵਿਗੜਦੀ ਹੈ। हाँ हाँ ਵੈਸੇ ਤਾਂ ਕਿਹਾ ਜਾਂਦਾ ਵੀ ਦੋ ਤਮਾਨ ਜਿਹੜੇ ਨੇ ਨਾ हाँ हाँ ਉਹ ਆਪਣੀ ਗੁਰਦੇ ਹੁੰਦੇ ਆ, ਪਰ ਹੋ ਸਕਦਾ ਜਿਹੜਾ ਅਵਾਰਡ ਹੈ ਨਾ ਇਹ ਹੋਰ ਵੀ ਜ਼ਿਆਦਾ ਕਲੀਅਰ ਹੋ ਰਿਹਾ ਕਿ ਦੇਖ ਮਾਮਾ ਪਾਕਿਸਤਾਨ ਦੇ ਵਿੱਚ ਮੈਂ ਤੇਰੀ ਬੱਲੋ ਬੱਲੇ ਕਰਾਉਣਾ, ਪੋਸਟਰ ਲਵਾ ਕੇ। ਹੁਣ ਕੈਨੇਡਾ ਤੇ ਪੰਜਾਬ ਦੇ ਵਿੱਚ ਤਾਂ ਪੋਸਟਰਾਂ ਦੀ ਦੁਰਵਰਤੋਂ ਹੋਣੀ ਸ਼ੁਰੂ ਹੋ ਗਈ ਕਿ ਪੋਸਟਰ ਪਸੰਦ ਨਹੀਂ ਕਰਦੇ। ਬਹੁਤੀ ਦੇਰ ਲੱਗ ਜਾਂਦਾ, ਪਰ ਪਾਕਿਸਤਾਨ ਦੇ ਵਿੱਚ ਮੈਂ ਤੇਰੇ ਪੋਸਟਰ ਲਵਾਉਣਾ, ਇਹ ਵੀ ਗੱਲ ਅਗਲੇ ਦੀ ਕਹਿਣੀ ਸਹੀ ਹੈ ਕਿ ਉੱਥੇ ਪੋਸਟਰ ਲਵਾਇਆ ਸੀ, ਇਸੇ ਕਰਕੇ ਤਾਂ ਇੱਥੇ ਹੁਣ ਜਿਹੜਾ ਕੁਈਨ ਵਾਲਾ ਜਿਹੜਾ ਪ੍ਰਸ਼ੰਸਾ ਪੱਤਰ ਆ ਉਹ ਦਵਾਇਆ। वैसे दीदी मुझे एक बात बताओ, मैंने सुना है कि सरी में आप इस तरह के पोस्टर्स नहीं लगा सकते, हाँ हाँ, तो सरी वालों ने इसको कहा कि तुम यहाँ नहीं लगा सकते, तो इसने पाकिस्तान में लगा दिया कि ये पाकिस्तान के लोगों को रिमाइंड करना चाहता है कि मैं एमपी हूँ सुख धालीवाल, अपने अपने रिश्तेदारों को कहो जो मेरे राइडिंग में रहते हैं मुझे वोट दो। ये कौन सी what was the reason for this? I don't understand. you got almost to the point, almost to the point। ਦੇਖੋ ਸਰੀ ਦੇ ਵਿੱਚ ਹੁਣ ਤੱਕ हाँ जी, ਜਦੋਂ ਨਿਊਟਨ ਦੇ ਇਲਾਕੇ ਦੇ ਵਿੱਚ ਇਲੈਕਸ਼ਨ ਹੁੰਦੀ ਹੈ